ਤਾਂ ਦੀਵਾਲੀ ਮਨਾਏ ਜਾਣ ਨੂੰ ਲੈ ਕੇ ਕਨਫਿਊਜ਼ਨ ਦੂਰ ਹੋ ਗਈ ਹੈ। ਅੱਜ ਇੰਦੌਰ ਦੇ ਵਿੱਚ ਜਿਹੜੀ ਹੈ ਇੱਕ ਧਰਮ ਸਭਾ ਹੋਈ ਹੈ, ਜਿਸ ਦੇ ਵਿੱਚ ਕਈ ਮਹਾਨ ਜਿਹੜੇ ਨੇ ਜੋਤਿਸ਼ ਮੌਜੂਦ ਰਹੇ ਨੇ, ਜਿਨ੍ਹਾਂ ਦੇ ਵੱਲੋਂ ਆਪਣੇ ਆਪਣੇ ਤੱਥ ਜਿਹੜੇ ਉਹ ਰੱਖੇ ਗਏ। ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਅਯੋਧਿਆ ਜਿਹੜੀ ਰਾਮ ਜਨਮ ਭੂਮੀ ਹੈ, ਉੱਥੇ ਵੀ 1 ਨਵੰਬਰ ਨੂੰ ਹੀ ਦੀਵਾਲੀ ਮਨਾਈ ਜਾਵੇਗੀ। ਪਰ ਤਰਕ ਕੀ ਦਿੱਤਾ ਹੈ ਉਹ ਜਾਣ ਲੈਂਦੇ ਆ ਰਿਮਾਂਸ਼ੂ। ਬਿਲਕੁਲ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ। ਇਹ ਸਰਵ ਸਹਿਮਤੀ ਦੇ ਨਾਲ ਪੂਰੇ ਧਰਮ ਸਭਾ ਦੇ ਵਿੱਚ, ਜਿਹਦੇ ਵਿੱਚ ਬਹੁਤ ਸਾਰੇ ਜੋਤਿਸ਼ ਪੰਚਾਂਗ ਔਰ ਧਰਮ ਦੇ ਜਿਹੜੇ ਆਚਾर्य ਸੀਗੇ, ਉਹਨਾਂ ਨੇ ਸ਼ਾਮਲ ਹੋ ਕੇ ਇੱਕ ਸਰਵਸੰਮਤੀ ਦੇ ਨਾਲ ਇਹ ਫੈਸਲਾ ਲਿਆ ਕਿ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ। ਅਯੋਧਿਆ ਦੇ ਵਿੱਚ ਵੀ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ ਔਰ ਇਹ ਸਾਰੇ ਦੇਸ਼ ਨੂੰ ਹੀ ਜੋ ਮੈਸੇਜ ਆਇਆ ਕਿ ਇਹ ਮੰਨਣਾ ਪਏਗਾ, ਇਸੇ ਤਰ੍ਹਾਂ ਹੀ ਦੀਵਾਲੀ ਮਨਾਈ ਜਾਏਗੀ। ਔਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਅਮਾਵਸਿਆ ਹੈ ਉਹ 31 ਅਕਤੂਬਰ ਨੂੰ 4 ਵਜੇ ਸ਼ੁਰੂ ਹੋਏਗੀ ਔਰ 6:17 ਤੱਕ ਚੱਲੇਗੀ ਅਗਲੇ ਦਿਨ, ਯਾਨੀ ਕਿ 1 ਨਵੰਬਰ ਤੱਕ। ਤਾਂ ਉਹਨਾਂ ਦਾ ਇਹ ਤਰਕ ਦਿੱਤਾ ਗਿਆ ਹੈ ਕਿ ਜਿਹੜੀ ਜੇ ਸੂਰਜ ਉਦੇ ਹੋਣ ਤੋਂ ਬਾਅਦ ਜੇ ਇੱਕ ਪਲ ਵੀ ਜੇ ਅਮਾਵਸਿਆ ਦੀ ਰਾਤ ਰਹਿੰਦੀ ਹੈ ਤਾਂ ਉਹ ਅਗਲੇ ਤਰੀਕ ਤੱਕ ਵੀ ਲਾਗੂ ਹੁੰਦੀ ਹੈ। ਇਸੇ ਕਰਕੇ 1 ਨਵੰਬਰ ਨੂੰ ਦੀਵਾਲੀ ਜਿਹੜੀ ਹੈ ਮਨਾਈ ਜਾ ਸਕਦੀ ਹੈ। ਇਹਦਾ ਐਲਾਨ ਕੀਤਾ ਗਿਆ, ਇਹਦਾ ਫੈਸਲਾ ਲਿਆ ਗਿਆ ਔਰ ਅਯੋਧਿਆ ਦੇ ਵਿੱਚ ਵੀ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ। ਕਿਉਂਕਿ ਬਹੁਤ ਵੱਡੀ ਕਨਫਿਊਜ਼ਨ ਸੀ, ਲੋਕ ਇਸੇ ਦੇ ਵਿੱਚ ਕਹਿ ਲਓ ਕਿ ਸੀਗੇ ਕਨਫਿਊਜ਼ ਕਿ 31 ਅਕਤੂਬਰ ਦੀ ਦੀਵਾਲੀ ਹੋਏਗੀ ਜਾਂ 1 ਨਵੰਬਰ ਦੀ ਹੋਏਗੀ। ਤਾਂ ਮੈਨੂੰ ਲੱਗਦਾ ਇਸ ਫੈਸਲੇ ਤੋਂ ਬਾਅਦ ਜਿਹੜੀ ਕਨਫਿਊਜ਼ਨ ਹੈ ਉਹ ਦੂਰ ਜ਼ਰੂਰ ਹੋਏਗੀ। ਬਿਲਕੁਲ ਕਨਫਿਊਜ਼ਨ ਦੂਰ ਹੋ ਗਈ। ਆਪਾਂ ਤਾਈਓ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਇੰਦੌਰ ਦੇ ਵਿੱਚ ਇੱਕ ਧਰਮ ਸਭਾ ਹੋਈ। ਉਸ ਸਭਾ ਦੇ ਵਿੱਚ ਸਰਵ ਸਹਿਮਤੀ ਦੇ ਨਾਲ ਫੈਸਲਾ ਲਿਆ ਗਿਆ ਹੈ ਕਿ 1 ਨਵੰਬਰ ਨੂੰ ਹੀ ਦੀਵਾਲੀ ਮਨਾਈ ਜਾਏਗੀ। ਇਹ ਐਲਾਨ ਕੀਤਾ ਗਿਆ ਔਰ ਇਹ ਫੈਸਲਾ ਵੀ ਲਿਆ ਗਿਆ। ਔਰ ਅਯੋਧਿਆ ਦੇ ਵਿੱਚ ਕਿਉਂਕਿ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਪੂਰੇ ਦੇਸ਼ ਦੇ ਵਿੱਚ ਵੀ ਫਿਰ ਉਹੀ ਮਾਨਿਆ ਹੋਏਗਾ। ਔਰ ਉਹਨਾਂ ਦਾ ਤਰਕ, ਜਿਵੇਂ ਮੈਂ ਤੁਹਾਨੂੰ ਦੱਸਿਆ, ਆਪਾਂ ਤਰਕ ਜਿਹੜੇ ਆਚਾर्य ਨੇ ਉਹਨਾਂ ਦਾ ਦੱਸ ਦਿੰਦੇ। ਤਰਕ ਕੀ ਹੈਗਾ ਉਹ ਦੱਸ ਰਹੇ ਨੇ ਕਿ 4 ਵਜੇ 31 ਅਕਤੂਬਰ ਨੂੰ ਜੇਕਰ ਅਮਾਵਸਿਆ ਜਿਹੜੀ ਸ਼ੁਰੂ ਹੋ ਰਹੀ ਹੈ ਤਾਂ 6:17 ਤੱਕ ਅਗਲੇ ਦਿਨ ਤੱਕ ਜਾਣਾ ਹੈ। ਤਾਂ ਉਹ ਦੱਸ ਰਹੇ ਨੇ ਕਿ ਜੇ ਇੱਕ ਪਲ ਵੀ ਜਿਹੜੇ ਮਤਲਬ ਉਸ ਸੂਰਜ ਉਹਦੇ ਤੋਂ ਅੱਗੇ ਅਮਾਵਸਿਆ ਪੈਂਦੀ ਹੈ ਤਾਂ ਫਿਰ ਜਿਹੜੀ ਹੈ ਆਪਾਂ ਮਾਨੇ ਹੁੰਦੀ ਹੈ ਅਗਲੀ ਤਰੀਕ ਤੱਕ, ਯਾਨੀ ਕਿ 1 ਨਵੰਬਰ ਨੂੰ ਦੀਵਾਲੀ ਮਨਾਈ ਜਾ ਸਕਦੀ ਹੈ। ਇਹਦੇ ਵਿੱਚ ਸੁਰੂਚੀ ਹੁਣ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਸਰਕਾਰੀ ਛੁੱਟੀਆਂ ਨੇ, ਦਫ਼ਤਰਾਂ ਦੇ ਵਿੱਚ ਛੁੱਟੀਆਂ ਨੇ, ਸਕੂਲਾਂ ਦੇ ਵਿੱਚ ਜੇਕਰ ਛੁੱਟੀਆਂ ਨੇ ਤਾਂ ਉਹ 31 ਅਕਤੂਬਰ ਦਾ ਐਲਾਨ ਕੀਤਾ ਗਿਆ ਹੈ। ਜਿਹੜੀ ਗਸਟਡ ਛੁੱਟੀ ਹੈ ਪੰਜਾਬ ਸਰਕਾਰ ਦੀ ਵੀ ਔਰ ਬਹੁਤ ਸਾਰੇ ਕੇਂਦਰੀ ਵਿਭਾਗਾਂ ਦੇ ਵਿੱਚ ਵੀ, ਬੈਂਕਾਂ ਦੇ ਵਿੱਚ ਵੀ 31 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਹੁਣ ਆਪਾਂ ਮੈਸੇਜ ਸਾਰਿਆਂ ਨੂੰ ਦੇ ਰਹੇ ਹਾਂ, ਜਿਹੜੇ ਵੀ ਲੋਕ ਸਾਨੂੰ ਸੁਣ ਪਾ ਰਹੇ ਨੇ। ਇਹ ਫੈਸਲਾ ਜਿਹੜਾ ਪੰਜਾਬ ਸਰਕਾਰ ਨੂੰ ਵੀ ਜਲਦ ਤੋਂ ਜਲਦ ਬਦਲਣਾ ਪਏਗਾ ਕਿਉਂਕਿ ਅਗਲੇ ਦਿਨ 1 ਤਰੀਕ ਦਾ ਵਿਸ਼ਕਰਮਾ ਡੇ ਦੀ ਛੁੱਟੀ ਦਾ ਐਲਾਨ ਕੀਤਾ ਹੋਇਆ। ਤਾਂ ਇਹ ਕਨਫਿਊਜ਼ਨ ਵੀ ਸਰਕਾਰਾਂ ਨੂੰ ਦੂਰ ਕਰਨੀ ਪਏਗੀ ਕਿ ਛੁੱਟੀ ਕਿਸ ਦਿਨ ਹੋਏਗੀ। ਜਿਹੜੇ ਵੀ ਵਿਭਾਗ ਨੇ, ਸਰਕਾਰੀ ਵਿਭਾਗ ਨੇ ਜਾਂ ਪ੍ਰਾਈਵੇਟ ਦਫ਼ਤਰ ਨੇ, ਉਹਨਾਂ ਨੂੰ ਵੀ ਆਪਾਂ ਇਹ ਮੈਸੇਜ ਦੇ ਰਹੇ ਹਾਂ ਕਿ ਇੰਦੌਰ ਦੇ ਇੱਕ ਮਹਾਸਭਾ ਹੋਈ ਹੈ, ਧਰਮ ਦੀ ਮਹਾਸਭਾ ਹੋਈ ਹੈ, ਜਿਹਦੇ ਵਿੱਚ ਬਹੁਤ ਸਾਰੇ ਆਚਾर्य, ज्योतिष विद्वान, ਜਿਹੜੇ ਪੰਚਾਂਗ ਦੇ ਵਿਦਵਾਨ ਨੇ, ਉਹ ਬੈਠੇ। ਉਹਨਾਂ ਨੇ ਸਰਵ ਸਹਿਮਤੀ ਦੇ ਨਾਲ ਜਿਹੜੀ ਕੈਲਕੂਲੇਸ਼ਨਸ ਹੁੰਦੀਆਂ ਨੇ, ਸਾਰੀ ਕੈਲਕੂਲੇਸ਼ਨਸ ਕਰਕੇ ਇੱਕ ਮਤ ਹੋ ਕੇ ਇਹ ਐਲਾਨ ਦੇਸ਼ ਦੇ ਵਿੱਚ ਕੀਤਾ ਹੈ ਕਿ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ। 31 ਅਕਤੂਬਰ ਦੀ ਦੀਵਾਲੀ ਨਹੀਂ ਹੈ, 1 ਨਵੰਬਰ ਨੂੰ ਦੀਵਾਲੀ ਅਯੋਧਿਆ ਦੇ ਵਿੱਚ ਵੀ ਮਨਾਈ ਜਾਏਗੀ। ਹੁਣ ਸਾਡਾ ਕੰਸਰਨ ਇਹ ਹੈ ਕਿ ਜਿਹੜੀ ਛੁੱਟੀਆਂ ਦਾ ਐਲਾਨ ਹੋਇਆ ਹੈ, ਸਰਕਾਰੀ ਵਿਭਾਗ, ਪ੍ਰਾਈਵੇਟ ਵਿਭਾਗ, ਬੈਂਕਾਂ ਦੇ ਵਿੱਚ, ਉਹਨਾਂ ਦੇ ਵਿੱਚ ਛੁੱਟੀਆਂ ਦੀ ਤਬਦੀਲੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਇਹ ਕਨਫਿਊਜ਼ਨ ਜਿਹੜੀ ਹੈ ਹਰ ਸੰਬੰਧਿਤ ਵਿਭਾਗ ਨੂੰ ਦੂਰ ਕਰ ਦੇਣੀ ਚਾਹੀਦੀ ਹੈ। ਬਿਲਕੁਲ, ਤਾਂ ਵੱਡਾ ਫੈਸਲਾ ਜਿਹੜਾ ਉਹ ਧਰਮ ਸਭਾ ਦੇ ਵਿੱਚ ਅੱਜ ਲਿਆ ਗਿਆ। ਬਹੁਤ ਵੱਡੀ ਕਨਫਿਊਜ਼ਨ ਸੀ, ਕਈ ਦਫ਼ਤਰਾਂ ਦੇ ਵਿੱਚ, ਕਈ ਅਦਾਰਿਆਂ ਦੇ ਵਿੱਚ ਛੁੱਟੀ ਨੂੰ ਲੈ ਕੇ ਵੀ ਕਨਫਿਊਜ਼ਨ ਚੱਲ ਰਹੀ ਸੀ, ਜਿਸ ਤੋਂ ਬਾਅਦ ਅਦਾਰਿਆਂ ਦੇ ਵੱਲੋਂ 31 ਅਕਤੂਬਰ ਦੀ ਛੁੱਟੀ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਸੀ। ਪਰ ਹੁਣ ਅੱਜ ਜਿਹੜੀ ਇੰਦੌਰ ਦੇ ਵਿੱਚ ਧਰਮ ਸਭਾ ਹੋਈ ਹੈ, ਧਰਮ ਸਭਾ ਦੇ ਵਿੱਚ ਜਿਹੜੇ ਆਚਾर्य ਸਾਹਿਬਾਨ ਬੈਠੇ ਸੀ ਜਾਂ ਜੋਤਿਸ਼ ਬੈਠੇ ਸੀ, ਉਹਨਾਂ ਦੇ ਵੱਲੋਂ ਆਪਣੇ ਆਪਣੇ ਮਤ ਰੱਖੇ ਗਏ, ਜਿਸ ਤੋਂ ਬਾਅਦ ਸਰਬ ਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਪੂਰੇ ਦੇਸ਼ ਦੇ ਵਿੱਚ 1 ਨਵੰਬਰ ਨੂੰ ਦੀਵਾਲੀ ਮਨਾਈ ਜਾਏਗੀ। ਜੋ ਰਾਮ ਜਨਮ ਭੂਮੀ ਹੈ ਅਯੋਧਿਆ, ਉੱਥੇ ਵੀ 1 ਨਵੰਬਰ ਨੂੰ ਹੀ ਦੀਵਾਲੀ ਦੀਆਂ ਰੌਣਕਾਂ ਲੱਗਣਗੀਆਂ। ਤਾਂ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਉਹ ਕਨਫਿਊਜ਼ਨ ਦੂਰ ਕਰ ਦਿੱਤੀ ਹੈ। ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ 1 ਨਵੰਬਰ ਦੀ ਦੀਵਾਲੀ ਹੋਏਗੀ। ਹੁਣ ਛੁੱਟੀਆਂ ਨੂੰ ਲੈ ਕੇ ਅਗਲਾ ਐਲਾਨ ਕੀ ਆਂਦਾ ਹੈ ਉਹ ਦੇਖਣਾ ਹੋਵੇਗਾ। यहाँ पर देश के स्वनाम धन्य विद्वान और जो ज्योतिष के विद्वान हैं, पंचांगों के विद्वान हैं, उन सब ने मिलकर के सार्वजनिक और सामूहिक रूप से सर्वसम्मत धर्मशास्त्र से अनुमोदित निर्णय यह लिया है कि दीपावली हर दृष्टि से 1 नवंबर 2024 को ही मनाना उचित होगा और 1 नवंबर को ही मनाई जाएगी। पूरे देश में एक मत से यह निर्णय हो चुका है। इस निर्णय का आधार हमारे धर्मशास्त्र हैं और इस देश से निकलने वाले लगभग 95% पंचांग हैं, जिन्होंने एक मत से सारा शास्त्र सम्मत निर्णय करते हुए दृश्य गणित पर आधारित और हमारे जो अन्य पंचांग हैं, जो ग्रह लागवी आदि हैं, उनमें से भी अधिकतर अनेक पंचांगों ने यह निर्णय दिया है
कि 1 नवंबर ही श्रेष्ठ है। और उसका कारण है पुरुषार्थ चिंतामणि, निर्णय सिंधु, धर्म सिंधु, कृत्यसार, तिथि निर्णय आदि जो ग्रंथ हैं, उन ग्रंथों का स्पष्ट रूप से यह निर्देश है कि यदि 2 दिन प्रदोष व्यापिनी तिथि व्याप्त होती है तो उस दिन दूसरी वाली तिथि को ही मनाया जाए। प्रथम दिन 31 अक्टूबर को हमारी अमावस्या लगभग 4 बजे के आसपास शुरू हो रही है और दूसरे दिन 6:17 तक अमावस्या रहेगी। सूर्यास्त के बाद प्रदोष काल में यदि 1 घटी भी वो अमावस्या रहती है, 1 घटी तो दूर है, यदि 1 पल भी अमावस्या रहेगी तो हमारे धर्मशास्त्रों के निर्णय अनुसार यदि 3.5 प्रहर तक ये अमावस्या व्याप्ति होती है तो उसी दिन अर्थात 1 नवंबर को ही दीपावली मनाना श्रेष्ठ, सब लोगों के कल्याण के लिए उपयुक्त और सर्वसम्मत है। अयोध्या में 1 नवंबर को मनाने की उद्घोषणा हो चुकी है, इसमें कोई संशय नहीं। और राजा राम के यहाँ जहाँ मन रही है वहाँ हम लोग मनाएंगे, हमारे उल्लास का त्यौहार है। यहाँ पर 95% पंचांग जो है, 95% पंचांग का निर्णय यही है कि 1 नवंबर को दीपावली पर्व मनाया जाए। और दीपावली पर्व के दिन उदयात में भी अमावस्या है और रात्रि में भी आधे घंटे से ऊपर की अमावस्या है, इसलिए इसको अमावस्या के रूप में लेना अत्यंत आवश्यक है, जिससे परिवार में धन्य धान्य की वृद्धि होगी, माँ लक्ष्मी का आशीर्वाद हमेशा बना रहेगा। और मेरा सभी व्यापारी एसोसिएशन और सभी से निवेदन है कि 1 नवंबर की ही दिवाली मनाई जाए। और भगवान श्री राजा राम जो कि अयोध्या में भी 1 नवंबर की ही मनाई जा रही है, दिवाली मनाने का यही कारण है कि अयोध्या में भी 1 नवंबर की दिवाली है तो इंदौर में भी 1 नवंबर की दिवाली और सारे देश में 1 नवंबर को ही दिवाली मनाएं। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।